ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਮਧੁਰ ਤੇ ਸਮਰਥੀ ਨਾਮ ਵਿੱਚ ਜੈ ਮਸੀਹ ਦੀ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਅੱਜ ਦੀ ਸੋਹਣੀ ਸ਼ਾਮ ਦੇ ਲਈ ਕਿ ਖੁਦਾਵੰਦ ਨੇ ਸਾਡੀ ਜ਼ਿੰਦਗੀਆਂ ਦੇ ਵਿੱਚ ਦਿੱਤੀ। ਆਓ ਅਸੀਂ ਪਰਮੇਸ਼ਰ ਦੇ ਵਚਨ ਵਿੱਚੋਂ ਥੋੜੇ ਸਮੇਂ ਦੇ ਲਈ ਜੀਭ ਜਿਹੜਾ ਸਾਡੇ ਸਰੀਰ ਦਾ ਛੋਟਾ ਜਿਹਾ ਅੰਗ ਹੈ ਉਸ ਦੇ ਬਾਰੇ ਵਿੱਚੋਂ ਅਸੀਂ ਬਾਈਬਲ ਦੇ ਵਿੱਚੋਂ ਮਨਨ ਕਰਕੇ ਚੱਲਾਂਗੇ। ਖੁਦਾਵੰਦ ਦੇ ਪਿਆਰੇ ਬੱਚਿਓ, ਜੇਕਰ ਕੋਈ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਮਸੀਹ ਦਾ ਭਗਤ ਹਾਂ, ਜੇਕਰ ਕੋਈ ਕਹਿੰਦਾ ਹੈ ਮੈਂ ਮਸੀਹ ਉੱਤੇ ਬਹੁਤ ਵਿਸ਼ਵਾਸ ਕਰਦਾ ਵਾਂ, ਜੇ ਕੋਈ ਕਹਿੰਦਾ ਹੈ ਕਿ ਮੈਂ ਮਸੀਹ ਦੀ ਆਗਿਆਵਾਂ ਤੇ ਚੱਲਦਾ ਵਾਂ, ਪਰ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਉਹ ਦਾਨ ਚੰਦਾ ਦਸਵਾਂਸ਼ ਦੇਣ ਦੇ ਬਾਵਜੂਦ, ਪ੍ਰਾਰਥਨਾ ਕਰਨ ਦੇ ਬਾਵਜੂਦ, ਵਚਨ ਤੇ ਵਿਸ਼ਵਾਸ ਕਰਨ ਦੇ ਬਾਵਜੂਦ ਵੀ ਜੇਕਰ ਉਹ ਆਪਣੀ ਜੀਭ ਤੇ ਕੰਟਰੋਲ ਨਹੀਂ ਕਰਦਾ, ਉਹ ਆਪਣੀ ਜੀਭ ਤੇ ਲਗਾਮ ਨਹੀਂ ਦਿੰਦਾ, ਤੇ ਬਾਈਬਲ ਕਹਿੰਦੀ ਹੈ ਕਿ ਉਸ ਦੀ ਕੀਤੀ ਗਈ ਭਗਤੀ ਜਿਹੜੀ ਹੈ, ਉਸ ਦਾ ਦਿੱਤਾ ਗਿਆ ਦਸਵਾਂਸ਼ ਚੰਦਾ ਜਿਹੜਾ ਹੈ, ਉਸ ਦੀ ਕੀਤੀ ਗਈ ਪ੍ਰਾਰਥਨਾ ਜਿਹੜੀ ਹੈ, ਉਸ ਦੀ ਕੀਤੀ ਗਈ ਸੰਗਤੀ ਜਿਹੜੀ ਹੈ, ਉਹ ਸਾਰਾ ਕੁਝ ਬੇਕਾਰ ਜਾ ਸਕਦੀ ਹੈ। ਯਾਨੀ ਕਿ ਬਾਈਬਲ ਜਿਹੜੀ ਹੈ ਜੀਭ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੀ ਹੈ। ਸੋ ਇਸੇ ਜੀਭ ਦੇ ਨਾਲ ਅਸੀਂ ਦੂਸਰਿਆਂ ਲਈ ਬਰਕਤ ਦਾ ਵਸੀਲਾ ਬਣ ਸਕਦੇ ਹਾਂ, ਤੇ ਇਸੇ ਜੀਭ ਦੇ ਨਾਲ ਅਸੀਂ ਦੂਸਰਿਆਂ ਲਈ ਠੋਕਰ ਦਾ ਵਸੀਲਾ ਬਣ ਸਕਦੇ ਹਾਂ। ਸੋ ਆਓ ਅਸੀਂ ਬਾਈਬਲ ਵਿੱਚੋਂ ਕਹੋਤਾ ਦੀ ਕਿਤਾਬ 13 ਅਧਿਆਇ ਉਹਦੀ 3 ਆਇਤ ਨੂੰ ਪੜ੍ਹ ਕੇ ਚੱਲੀਏ, ਜਿਹਦੇ ਵਿੱਚ ਲਿਖਿਆ ਹੈ, ਜਿਹੜਾ ਆਪਣੇ ਮੂੰਹ ਦੀ ਚੌਕਸੀ ਕਰਦਾ ਹੈ ਉਹ ਆਪਣੇ ਪ੍ਰਾਣ ਦੀ ਰੱਖਿਆ ਕਰਦਾ ਹੈ। ਹਾਲੇਲੂਇਆ। ਬਾਈਬਲ ਵਿੱਚ ਕੀ ਅਸੀਂ ਪੜ੍ਹਿਆ? ਜਿਹੜੇ ਆਪਣੇ ਮੂੰਹ ਦੀ ਚੌਕਸੀ ਕਰਦਾ ਹੈ ਉਹ ਆਪਣੇ ਪ੍ਰਾਣ ਦੀ ਰੱਖਿਆ ਕਰਦਾ ਹੈ। ਸੋ ਕਾਫੀ ਲੋਕ ਜਿਹੜੇ ਹੈ ਆਪਣੀ ਸਾਰੀ ਚੀਜ਼ਾਂ ਉੱਤੇ ਕੰਟਰੋਲ ਕਰ ਲੈਂਦੇ ਹੈ, ਪਰ ਉਹਨਾਂ ਨੂੰ ਜੀਭ ਤੇ ਕੰਟਰੋਲ ਕਰਨਾ ਬੜਾ ਜਿਹੜਾ ਹੈ ਮੁਸ਼ਕਿਲ ਲੱਗਦਾ ਹੈ। ਸੋ ਜੀਭ ਦੇ ਵਿੱਚ ਹੱਡੀ ਨਹੀਂ ਹੁੰਦੀ, ਪਰ ਜੇਕਰ ਇਹ ਗਲਤ ਬੋਲੇ ਤੇ ਬਹੁਤ ਹੱਡੀਆਂ ਨੂੰ ਤੋੜ ਦਿੰਦੀ ਹੈ, ਪਰ ਜੇਕਰ ਇਹ ਸਹੀ ਬੋਲੇ, ਸਹੀ ਇਸ ਦਾ ਪ੍ਰਯੋਗ ਕਰੇ ਤੇ ਬਹੁਤ ਜਣਿਆਂ ਨੂੰ ਜੋੜ ਵੀ ਦਿੰਦੀ ਹੈ। ਹਾਲੇਲੂਇਆ। ਸੋ ਇਹ ਜੀਭ ਜ਼ੁਬਾਨ ਪਰਮੇਸ਼ਰ ਨੇ ਸਾਨੂੰ ਦਿੱਤੀ ਆਪਣੀ ਮਹਿਮਾ ਕਰਨ ਦੇ ਲਈ। ਇਸ ਦੇ ਨਾਲ ਅਸੀਂ ਚੰਗਾ ਬੋਲ ਕੇ ਦੂਸਰਿਆਂ ਨੂੰ ਪਰਮੇਸ਼ਰ ਦੇ ਨੇੜੇ ਲਿਆ ਸਕਦੇ ਹਾਂ। ਹਾਲੇਲੂਇਆ। ਸੋ ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਇਸ ਲਈ ਮਾਰ ਖਾ ਜਾਂਦੇ ਨੇ ਕਿ ਉਹ ਆਪਣੀ ਡਿਊਟੀ ਤੇ, ਆਪਣੇ ਬਿਜ਼ਨਸ ਤੇ, ਆਪਣੇ ਕਾਰੋਬਾਰ ਤੇ, ਆਪਣੀ ਜੀਭ ਤੇ ਲਗਾਮ ਨਹੀਂ ਦਿੰਦੇ। ਸੋ ਬਹੁਤ ਸਾਰੇ ਪਰਿਵਾਰ ਵੀ ਤੁਸੀਂ ਦੇਖਦੇ ਹੋਵੋਗੇ, ਤੁਸੀਂ ਸੁਣਦੇ ਹੋਵੋਗੇ, ਆਪਣੀ ਜੀਭ ਜ਼ੁਬਾਨ ਦੇ ਕਾਰਨ ਉਹ ਪਰਿਵਾਰ ਜਿਹੜੇ ਹੈ ਜ਼ਿਆਦਾ ਲੰਬੇ ਸਮੇਂ ਤੱਕ ਬਸ ਨਹੀਂ ਪਾਉਂਦੇ। ਯਾਨੀ ਕਿ ਉਹਨਾਂ ਦੇ ਪਰਿਵਾਰ ਜਿਹੜੇ ਹੈ ਜੀਭ ਜ਼ੁਬਾਨ ਦੇ ਕਾਰਨ ਵਸਦੇ ਨਹੀਂ ਹੈ, ਉਹ ਬਿਖਰ ਜਾਂਦੇ ਨੇ, ਉਹ ਟੁੱਟ ਜਾਂਦੇ ਨੇ, ਉਹ ਅਲੱਗ-ਅਲੱਗ ਹੋ ਜਾਂਦੇ ਨੇ। ਸੋ ਬਹੁਤ ਸਾਰੇ ਲੋਕ ਜਿਹੜੇ ਕਿ ਇਸੇ ਮੂੰਹ ਦੇ ਨਾਲ ਪਰਮੇਸ਼ਰ ਦਾ ਧੰਨਵਾਦ ਕਰਦੇ ਨੇ, ਪਰਮੇਸ਼ਰ ਦੀ ਮਹਿਮਾ ਕਰਦੇ ਨੇ, ਤੇ ਇਸੇ ਮੂੰਹ ਦੇ ਨਾਲ ਦੂਸਰਿਆਂ ਦੀਆਂ ਨਿੰਦਾ ਚੁਗਲੀ ਕਰਨਾ, ਬੁਰਾਈ ਕਰਨਾ, ਗਾਲੀ ਗਲੋਚ ਕਰਨਾ, ਯਾਨੀ ਕਿ ਆਪਣੇ ਮੂੰਹ ਤੋਂ ਅਪਸ਼ਬਦ ਬੋਲਣਾ, ਕਿਸੇ ਉੱਤੇ ਦੋਸ਼ ਲਗਾਉਣਾ, ਤਾਂ ਯਾਦ ਰੱਖੋ ਐਦੇ ਲੋਕਾਂ ਦੀ ਭਗਤੀ ਕਰਨਾ ਜਿਹੜਾ ਵਿਅਰਥ ਹੈ। ਬਾਈਬਲ ਸਾਨੂੰ ਐਦਾਂ ਦੱਸਦੀ ਹੈ ਯਾਕੂਬ ਦੀ ਕਿਤਾਬ ਵਿੱਚ 3 ਅਧਿਆਇ ਉਹਦੀ 9 ਤੇ 10 ਆਇਤ ਵਿੱਚ ਕਿ 21 ਮੂੰਹ ਤੋਂ ਧੰਨਵਾਦ ਔਰ 21 ਮੂੰਹ ਤੋਂ ਸ਼ਰਾਪ ਜਿਹੜੇ ਲੋਕ ਦਿੰਦੇ ਨੇ ਉਹ ਉਹਨਾਂ ਲਈ ਖਤਰਨਾਕ ਹੈ। ਹਾਲੇਲੂਇਆ। ਸੋ ਬਹੁਤ ਸਾਰੇ ਲੋਕਾਂ ਦੀ ਜਿਹੜੀ ਕਿ ਆਵਾਜ਼ ਬਹੁਤ ਮਿੱਠੀ ਹੁੰਦੀ ਹੈ, ਬੋਲਣ ਦਾ ਬਹੁਤ ਜ਼ਿਆਦਾ ਉਹਨਾਂ ਨੂੰ ਤਜਰਬਾ ਹੁੰਦਾ ਹੈ, ਬਹੁਤ ਜ਼ਿਆਦਾ ਐਕਸਪੀਰੀਅੰਸ ਹੁੰਦਾ ਹੈ, ਪਰ ਬਹੁਤ ਸਾਰੇ ਲੋਕ ਕੀ ਕਰਦੇ ਨੇ, ਬਿਨਾਂ ਸੋਚ ਵਿਚਾਰ ਕੇ ਜਦੋਂ ਆਪਣੇ ਮੁਖ ਚੋਂ ਕੋਈ ਸ਼ਬਦ ਨਿਕਾਲ ਦਿੰਦੇ ਨੇ ਤੇ ਉਹ ਦੂਸਰਿਆਂ ਲਈ ਠੋਕਰ ਦਾ ਕਾਰਨ ਬਣਦੇ ਨੇ। ਸੋ ਇੱਦਾਂ ਦੇ ਲੋਕ ਜਿਹੜੇ ਬਿਨਾਂ ਸੋਚ ਵਿਚਾਰ ਕੇ ਬੋਲਦੇ ਨੇ ਉਹ ਦੂਸਰਿਆਂ ਦੇ ਲਈ ਠੋਕਰ ਦਾ ਕਾਰਨ ਬਣਦੇ ਨੇ, ਪਰ ਜਿਹੜੇ ਬੁੱਧੀਮਾਨੀ ਦੇ ਨਾਲ ਬੋਲਦੇ ਨੇ ਉਹਨਾਂ ਦੇ ਦੁਆਰਾ ਲੋਕ ਚੰਗੇ ਹੁੰਦੇ ਨੇ। ਹਾਲੇਲੂਇਆ। ਯਾਨੀ ਕਿ ਉਹਨਾਂ ਦੇ ਸ਼ਬਦਾਂ ਦੇ ਵਿੱਚ ਸਾਮਰਥ ਹੁੰਦੀ ਹੈ, ਜਿਹੜੇ ਬੁੱਧੀਮਾਨੀ ਦੇ ਨਾਲ ਆਪਣੀ ਜੀਭ ਦਾ ਇਸਤੇਮਾਲ ਕਰਦੇ ਨੇ। ਖੁਦਾਵੰਦ ਦੇ ਪਿਆਰੇ ਬੱਚੋ, ਇੱਕ ਡਾਕਟਰ ਦੇ ਕੋਲ ਜਦੋਂ ਮਰੀਜ਼ ਜਾਂਦਾ ਹੈ, ਜੇਕਰ ਡਾਕਟਰ ਮਰੀਜ਼ ਨਾਲ ਚੰਗੇ ਸ਼ਬਦਾਂ ਦੇ ਨਾਲ ਗੱਲਬਾਤ ਕਰ ਲਵੇ ਤੇ ਮਰੀਜ਼ ਜਿਹੜਾ ਹੁੰਦਾ ਹੈ ਉਹ ਡਾਕਟਰ ਦੀ ਤਸੱਲੀ ਭਰੇ ਸ਼ਬਦਾਂ ਨੂੰ, ਮਿੱਠੇ ਸ਼ਬਦਾਂ ਨੂੰ ਸੁਣ ਕੇ ਅੱਧਾ ਤਾਂ ਉਸੇ ਸਮੇਂ ਹੀ ਚੰਗਾ ਹੀ ਪਾ ਲੈਂਦਾ ਹੈ, ਤੇ ਜੇਕਰ ਉਸਦੇ ਉਲਟ ਡਾਕਟਰ ਮਰੀਜ਼ ਨੂੰ ਬੁਰੇ ਸ਼ਬਦਾਂ ਦੇ ਨਾਲ ਬੋਲੇ ਜਾਂ ਗਲਤ ਸ਼ਬਦਾਂ ਦਾ ਪ੍ਰਯੋਗ ਕਰੇ ਜਾਂ ਰੂਟਲੀ ਬੋਲੇ ਤਾਂ ਉਹ ਮਰੀਜ਼ ਜਿਹੜਾ ਹੈ ਕਿ ਉਹ ਚੰਗਾ ਹੋਣ ਦੀ ਬਜਾਏ ਹੋਰ ਜ਼ਿਆਦਾ ਬਿਮਾਰ ਪੈ ਜਾਂਦਾ ਹੈ। ਸੋ ਜ਼ਿਆਦਾ ਬੋਲਣ ਵਾਲੇ ਜਿਹੜੇ ਲੋਕ ਹੁੰਦੇ ਨੇ ਉਹ ਪਾਪ ਨੂੰ ਆਪਣੇ ਜੀਵਨ 'ਚ ਬੜਾਵਾ ਦਿੰਦੇ ਨੇ। ਸੋ ਕਾਫੀ ਲੋਕ ਆਪਣੀ ਜੀਭ ਜ਼ੁਬਾਨ ਤੇ ਕੰਟਰੋਲ ਨਹੀਂ ਕਰ ਪਾਉਂਦੇ, ਇਸ ਲਈ ਉਹ ਸ਼ੈਤਾਨ ਨੂੰ ਮੌਕਾ ਦੇ ਦਿੰਦੇ ਨੇ ਕਿ ਪਾਪ ਉਹਨਾਂ ਦੇ ਜੀਵਨ ਵਿੱਚ ਕੀ ਕਰ ਜਾਵੇ, ਐਂਟਰ ਕਰ ਜਾਵੇ। ਤੇ ਜਦੋਂ ਪਾਪ ਉਹਨਾਂ ਦੇ ਜੀਵਨ ਵਿੱਚ ਐਂਟਰ ਕਰੇਗਾ, ਕਿਸੇ ਵੀ ਬਹਾਨੇ ਐਂਟਰ ਕਰੇਗਾ, ਤੇ ਉਹਨਾਂ ਦੇ ਜੀਵਨ ਨੂੰ ਨਸ਼ਟ ਕਰਕੇ ਰੱਖ ਦੇਵੇਗਾ। ਸੋ ਇਸ ਜੀਭ ਦੇ ਨਾਲ ਬੋਲੇ ਗਏ ਜਿਹੜੇ ਗਲਤ ਸ਼ਬਦ ਹੁੰਦੇ ਨੇ ਉਹ ਸਾਡੀ ਪੜ੍ਹਾਈ ਦੀ ਵੈਲਿਊ ਨਹੀਂ ਪੈਣ ਦਿੰਦੇ, ਉਹ ਸਾਡੀ ਸੁੰਦਰਤਾ ਦੀ ਵੈਲਿਊ ਨਹੀਂ ਪੈਣ ਦਿੰਦੇ, ਉਹ ਸਾਡੇ ਗੋਰੇ ਰੰਗ ਦੀ ਵੈਲਿਊ ਨਹੀਂ ਪੈਣ ਦਿੰਦੇ, ਉਹ ਸਾਡੇ ਅੰਦਰ ਛੁਪੇ ਗੁਨਾਹ ਦੀ ਵੈਲਿਊ ਨਹੀਂ ਪੈਣ ਦਿੰਦੇ।
ਸੋ ਕਾਫੀ ਲੋਕ ਬੋਲਦੇ ਨੇ ਕਿ ਮੈਂ ਜਿਹੜੇ ਸ਼ਬਦ ਆਪਣੇ ਮੁਖ ਚੋਂ ਕੱਢੇ, ਮੈਂ ਬੜੇ ਗੁੱਸੇ ਵਿੱਚ ਸੀ, ਮੇਰਾ ਮੂਡ ਖਰਾਬ ਸੀ, ਮੈਂ ਉਸ ਸਮੇਂ ਬੋਲੇ। ਯਾਦ ਰੱਖੋ, ਤੁਹਾਡਾ ਮੂਡ ਤਾਂ ਇੱਕ ਦਿਨ ਇੱਕ ਸਮੇਂ ਠੀਕ ਹੋ ਜਾਏਗਾ, ਪਰ ਤੁਹਾਡੇ ਮੂੰਹ ਤੇ ਬੋਲੇ ਗਏ ਸ਼ਬਦ ਜਿਹੜੇ ਹੈ ਉਹ ਕਦੇ ਵੀ ਵਾਪਿਸ ਨਹੀਂ ਜਾਣਗੇ। ਸੋ ਇਸ ਲਈ ਪਹਿਲਾਂ ਤੋਲਣਾ ਚਾਹੀਦਾ ਹੈ ਤੇ ਫਿਰ ਹੀ ਬੋਲਣਾ ਚਾਹੀਦਾ ਹੈ। ਸੋ ਯਾਦ ਰੱਖੋ, ਸਾਡੇ ਮੂੰਹ ਦੇ ਸ਼ਬਦ ਹੀ ਸਾਨੂੰ ਉੱਚੇ ਉਠਾ ਸਕਦੇ ਨੇ ਤੇ ਸਾਡੇ ਮੂੰਹ ਦੇ ਸ਼ਬਦ ਹੀ ਸਾਨੂੰ ਜਿਹੜੇ ਹੈ ਨੀਚੇ ਗਿਰਾ ਸਕਦੇ ਨੇ। ਸੋ ਬਾਈਬਲ ਦੱਸਦੀ ਹੈ ਕਿ ਜੀਭ ਦੇ ਵਸ਼ ਵਿੱਚ ਮੌਤ ਵੀ ਹੈ ਤੇ ਜੀਭ ਦੇ ਵਸ਼ ਵਿੱਚ ਜੀਵਨ ਵੀ ਹੈ। ਇਹ ਜੀਭ ਵਿੱਚ ਇੰਨੀ ਤਾਕਤ ਹੈ ਕਿ ਇਹ ਜੀਭ ਕਿਸੇ ਦੇ ਜੀਵਨ ਨੂੰ ਬਰਬਾਦ ਵੀ ਕਰ ਸਕਦੀ ਹੈ ਤੇ ਇਹ ਜੀਭ ਜਿਹੜੇ ਕਿ ਕਿਸੇ ਦੇ ਜੀਵਨ ਨੂੰ ਆਬਾਦ ਵੀ ਕਰ ਸਕਦੀ ਹੈ। ਸੋ ਇਸ ਲਈ ਆਪਣੇ ਮੁਖ ਦੇ ਸ਼ਬਦਾਂ ਨੂੰ ਤੋਲ ਕੇ ਬੋਲਣਾ ਚਾਹੀਦਾ ਹੈ, ਸੋਚ ਕੇ ਬੋਲਣਾ ਚਾਹੀਦਾ ਹੈ, ਪਰਮੇਸ਼ਰ ਦੇ ਵਚਨ ਦੇ ਅਨੁਸਾਰ ਬੋਲਣਾ ਚਾਹੀਦਾ ਹੈ। ਸੋ ਬੇਸ਼ੱਕ ਘੱਟ ਬੋਲੋ, ਪਰ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਬੋਲੋ। ਸੋ ਜੀਭ ਬਾਰੇ ਦੱਸਿਆ ਜਾਂਦਾ ਹੈ ਕਿ ਇਹਦੇ ਵਿੱਚ ਹੱਡੀ ਨਹੀਂ ਹੁੰਦੀ, ਪਰ ਜੇਕਰ ਇਹ ਗੰਦਾ ਬੋਲੇ, ਬੁਰਾ ਬੋਲੇ ਤੇ ਬਹੁਤ ਸਾਰੀ ਹੱਡੀਆਂ ਨੂੰ ਤੋੜ ਦਿੰਦੀ ਹੈ, ਪਰ ਜੇਕਰ ਚੰਗਾ ਬੋਲੇ, ਮਿੱਠੇ ਸ਼ਬਦ ਬੋਲੇ ਤੇ ਬਹੁਤਿਆਂ ਨੂੰ ਜੋੜ ਵੀ ਦਿੰਦੀ ਹੈ। ਸੋ ਇਸ ਲਈ ਤੋੜਨ ਵਾਲੇ ਨਾ ਬਣੋ, ਜੋੜਨ ਵਾਲੇ ਬਣੋ। ਹਾਲੇਲੂਇਆ। ਸੋ ਇੱਕ ਰੀਲ ਦਾ ਜਿਹੜਾ ਧਾਗਾ ਹੁੰਦਾ ਹੈ ਉਹ ਜਿੰਨਾ ਲੰਬਾ ਹੋਵੇ ਤੇ ਜਿੰਨੀ ਲੰਬੀ ਜ਼ੁਬਾਨ ਹੋਵੇ, ਇਹ ਸਾਰੀ ਜਿਹੜੀ ਹੈ ਸਮੱਸਿਆ ਹੀ ਪੈਦਾ ਕਰਦੀ ਹੈ। ਸੋ ਇਸ ਲਈ ਧਾਗੇ ਨੂੰ ਲਪੇਟ ਕੇ ਰੱਖਣਾ ਚਾਹੀਦਾ ਹੈ ਤੇ ਜੀਭ ਨੂੰ ਸਮੇਟ ਕੇ ਰੱਖਣਾ ਚਾਹੀਦਾ ਹੈ। ਸੋ ਪਰਮੇਸ਼ਰ ਇਸ ਵਚਨ ਦੇ ਦੁਆਰਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਦੇਵੇ ਤੇ ਆਪਣੀ ਜੀਭ ਤੇ ਕੰਟਰੋਲ ਕਰਨਾ, ਆਪਣੀ ਜੀਭ ਤੇ ਲਗਾਮ ਰੱਖਣਾ, ਇਹ ਪਰਮੇਸ਼ਰ ਦੀ ਸਾਮਰਥ ਦੇ ਨਾਲ ਤੁਸੀਂ ਕਰ ਸਕਦੇ ਹੋ। ਸੋ ਪਰਮੇਸ਼ਰ ਨੂੰ ਕਿਹਾ ਕਰੋ ਕਿ ਪਰਮੇਸ਼ਰ, ਮੈਂ ਆਪਣੀ ਜੀਭ ਤੇ ਲਗਾਮ ਦੇਣਾ ਚਾਹਨਾ ਵਾਂ, ਮੈਂ ਆਪਣੀ ਜੀਭ ਦਾ ਪ੍ਰਯੋਗ ਸਿਰਫ ਤੇਰੇ ਵਚਨ ਦੇ ਅਨੁਸਾਰ ਹੀ ਕਰਨਾ ਚਾਹਨਾ ਵਾਂ, ਮੈਂ ਕਿਸੇ ਦੇ ਲਈ ਠੋਕਰ ਦਾ ਕਾਰਨ ਨਹੀਂ ਬਣਨਾ ਚਾਹਨਾ। ਸੋ ਖੁਦਾਵੰਦ ਇਸ ਛੋਟੇ ਜਿਹੇ ਵਚਨ ਦੇ ਦੁਆਰਾ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇਵੇ, ਬਹੁਤ ਸਾਰੀ ਬਰਕਤ ਦੇਵੇ ਤੇ ਤੁਸੀਂ ਖੁਦਾਵੰਦ ਦੇ ਨਾਮ ਵਿੱਚ ਵੱਧਦੇ ਚਲੇ ਜਾਓ। ਸਾਰਿਆਂ ਨੂੰ ਜੈ ਮਸੀਹ ਦੀ। ਆਮੀਨ।